Good morning, students. Welcome to English class. Today we are going to start our next chapter, that is chapter number 7, Rama and the Queen. This is a very beautiful story. Before start the chapter, there is a small activity. First question: have you ever gone to buy something from the market all by yourself? ਕਿ ਤੁਸੀਂ ਕਦੇ ਆਪਣੇ ਆਪ ਬਾਜ਼ਾਰ ਤੋਂ ਕੋਈ ਚੀਜ਼ ਖਰੀਦਣ ਗਏ ਹੋ? ਜੇ ਖਰੀਦਣ ਗਏ ਹੋ ਤਾਂ ਉਸ ਨੂੰ ਆਪਣੀ ਵਰਡਿੰਗਸ ਵਿੱਚ ਯਾਨੀ ਕਿ ਕਾਪੀ ਦੇ ਉੱਪਰ 3 ਜਾਂ 4 ਲਾਈਨਸ ਵਿੱਚ ਲਿਖਣਾ ਵਾ। ਠੀਕ ਹੈ, ਕੀ ਖਰੀਦਿਆ ਸੀ ਤੁਸੀਂ, ਕਿੱਦਾਂ ਮੀਨਸ ਖਰੀਦਿਆ। ਸੈਕਿੰਡ ਕੁਐਸਚਨ ਇਜ਼ ਵੇਅਰ ਯੂ ਏਬਲ ਟੂ ਫੋਲੋ ਯੋਰ ਮਦਰਸ ਇਨਸਟਰਕਸ਼ਨਸ ਕੰਪਲੀਟਲੀ ਔਰ ਡਿਡ ਯੂ ਗੈਟ ਕਨਫਿਊਜ਼ਡ? ਕੀ ਤੁਸੀਂ ਆਪਣੀ ਮਦਰ ਦੀਆਂ ਹਦਾਇਤਾਂ ਇਨਸਟਰਕਸ਼ਨਸ ਮੀਨਸ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣਾ ਕਰਦੇ ਹੋ ਜਾਂ ਫਿਰ ਤੁਸੀਂ ਕਨਫਿਊਜ਼ਡ ਹੋ ਜਾਂਦੇ ਹੋ? ਇਸ ਕੁਐਸਚਨ ਨੂੰ ਕੀ ਕਰਨਾ ਵਾ, ਤੁਸੀਂ ਕੀ ਕਰਨਾ ਵਾ 3 ਜਾਂ 4 ਲਾਈਨਸ ਵਿੱਚ ਲਿਖਣਾ ਵਾ ਕਿ ਕਿੱਦਾਂ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋ। ਠੀਕ ਹੈ, ਇਹ ਸੀ ਤੁਹਾਡੇ 2 ਕੁਐਸਚਨ। ਦੋਨਾਂ ਕੁਐਸਚਨ ਵਿੱਚੋਂ ਤੁਸੀਂ ਕੋਈ ਇੱਕ ਆਪਣੀ ਕਾਪੀਜ਼ ਦੇ ਉੱਪਰ ਕਰਨਾ ਵਾ ਤੇ ਇੱਕ ਮਾਰਕੀਟ ਦੀ ਫੋਟੋ ਜਿਹੜੀ ਆ ਉਹ ਡਰਾ ਕਰਨੀ ਆ। ਇਹ ਸੀ ਤੁਹਾਡੀ ਐਕਟੀਵਿਟੀ। ਨਾਓ ਲੈਟਸ ਸਟਾਰਟ ਦ ਚੈਪਟਰ। 7. Rama and the Queen. It is a story about an obedient but foolish servant. His name was Rama. One day when the Queen was out for a walk in the garden, Rama ran to the Queen and begged her to make him a royal servant. The Queen asked him his whereabouts, but Rama, instead of answering, kept on insisting that he would be very faithful. The Queen took pity on him. She took him in as her chief servant in the royal household. She patiently explained his duties to him and took him to the royal palace. One day the Queen wanted oil and called Rama. "Rama, bring me some oil from the market." Rama did not know which shop sold oil. He went to the vegetable shop. "Can you please give me some oil?" When the people heard him, they laughed at him. But one good man felt pity for him and took him to the oil shop. "There is the shop from where you can get oil." ਇਹ ਇੱਕ ਆਗਿਆਕਾਰੀ ਮੂਰਖ, ਫੁਲਿਸ਼ ਮਤਲਬ ਮੂਰਖ, ਸਰਵੈਂਟ ਮਤਲਬ ਨੌਕਰ ਦੀ ਕਹਾਣੀ ਹੈ। ਹਿਜ਼ ਨੇਮ ਵਾਜ਼ ਰਾਮਾ, ਉਸਦਾ ਨਾਮ ਸੀ ਰਾਮਾ। ਇੱਕ ਦਿਨ ਕੀ ਹੁੰਦਾ ਵਾ, ਰਾਣੀ ਬਾਗ ਵਿੱਚ ਸੈਰ ਕਰ ਰਹੀ, ਵਾਕ ਮਤਲਬ ਸੈਰ ਕਰਨਾ, ਬਾਗ ਮਤਲਬ ਗਾਰਡਨ ਵਿੱਚ ਸੈਰ ਕਰ ਰਹੀ ਸੀ। ਰਾਮਾ ਉਸ ਵੱਲ ਦੌੜਿਆ ਹੋਇਆ ਆਇਆ ਅਤੇ ਉਸਨੂੰ ਕਹਿਣ ਲੱਗਾ ਕਿ ਮੈਨੂੰ ਸ਼ਾਹੀ ਮਹਿਲ ਦਾ ਸ਼ਾਹੀ ਰਾਇਲ ਸਰਵੈਂਟ ਬਣਾ ਲਓ। ਅਤੇ ਕੁਈਨ ਨੇ ਕਿਹਾ, ਉਸਨੂੰ ਉਸਦਾ ਪਤਾ ਪੁੱਛਿਆ, ਬਟ ਉਸਨੇ ਪਤਾ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਕੀ ਕੀਤਾ, ਰਾਮਾ ਨੇ ਆਨਸਰ ਦੇਣ ਦੀ ਬਜਾਏ ਉਸਨੇ ਕਿਹਾ ਕਿ ਮੈਂ ਇੱਕ ਬਹੁਤ ਹੀ ਇਮਾਨਦਾਰ ਹਾਂ। ਦ ਕੁਈਨ ਟੁਕ ਪਿਟੀ ਔਨ ਹਿਮ, ਤੇ ਕੁਈਨ ਨੂੰ ਉਸ 'ਤੇ ਪਿਟੀ ਮਤਲਬ ਤਰਸ ਖਾਣਾ, ਉਸਨੂੰ ਉਸ 'ਤੇ ਤਰਸ ਆਇਆ ਤਾਂ ਉਸਨੇ ਕੀ ਕੀਤਾ, ਉਸਨੂੰ ਚੀਫ ਸਰਵੈਂਟ ਬਣਾ ਲਿਆ ਆਪਣੇ ਰਾਇਲ ਹਾਊਸ ਹੋਲਡ ਦਾ। ਸ਼ੀ ਪੇਸ਼ੈਂਟਲੀ ਐਕਸਪਲੇਨ ਹਿਜ਼ ਡਿਊਟੀਜ਼, ਉਸਨੇ ਬਹੁਤ ਹੀ ਪੋਲਾਈਟਲੀ ਉਸਨੂੰ ਸਾਰੀ ਜਿਹੜੀਆਂ ਡਿਊਟੀ ਸੀਗੀਆਂ ਉਹ ਸਮਝਾਈਆਂ। ਠੀਕ ਹੈ, ਤਾਂ ਉਸਨੂੰ ਆਪਣੇ ਟੁਕ ਹਿਮ ਟੂ ਦਾ ਰਾਇਲ ਪੈਲੇਸ, ਰਾਣੀ ਉਸਨੂੰ ਰਾਇਲ ਪੈਲੇਸ ਵਿੱਚ ਲੈ ਗਈ। ਵਨ ਡੇ ਦ ਕੁਈਨ ਵਾਂਟਡ ਆਇਲ ਐਂਡ ਕਾਲਡ ਰਾਮਾ, ਇੱਕ ਦਿਨ ਰਾਣੀ ਨੂੰ ਤੇਲ ਚਾਹੀਦਾ ਸੀ, ਉਸਨੇ ਰਾਮਾ ਨੂੰ ਬੁਲਾਇਆ ਅਤੇ ਕਿਹਾ, ਰਾਮਾ ਬ੍ਰਿੰਗ ਮੀ ਸਮ ਆਇਲ ਫਰੋਮ ਦ ਮਾਰਕੀਟ, ਕੀ ਤੁਸੀਂ ਮੈਨੂੰ ਮਾਰਕੀਟ ਤੋਂ ਆਇਲ ਲਿਆ ਦਿਓਗੇ? Rama did not know which shop sold oil. He wanted to the vegetable shop. ਰਾਮਾ ਨੂੰ ਨਹੀਂ ਸੀ ਪਤਾ ਕਿ ਕਿਹੜੀ ਸ਼ਾਪ ਤੋਂ ਤੇਲ ਮਿਲੇਗਾ। ਉਹ ਸਬਜ਼ੀ ਵਾਲੀ ਦੁਕਾਨ 'ਤੇ ਗਿਆ ਅਤੇ ਉੱਥੇ ਉਸਨੇ ਕੀ ਕਿਹਾ, ਕੈਨ ਯੂ ਪਲੀਜ਼ ਗਿਵ ਮੀ ਸਮ ਆਇਲ, ਤਾਂ ਉਸਨੇ ਕਿਹਾ ਕਿ ਤੁਸੀਂ ਮੈਨੂੰ ਥੋੜ੍ਹਾ ਤੇਲ ਦੇ ਸਕਦੇ ਹੋ। When the people heard him, they laughed at him. ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਉਸ ਨੂੰ ਵੇਖ ਕੇ ਹੱਸਣ ਲੱਗ ਪਏ। ਲਾਫ ਮਤਲਬ ਹੱਸਣਾ। ਬਟ ਵਨ ਗੁੱਡ ਮੈਨ ਫੈਲਟ ਪਿਟੀ, ਇੱਕ ਚੰਗਾ ਆਦਮੀ
ਸੀ ਉਸਨੂੰ ਉਸ 'ਤੇ ਪਿਟੀ ਮਤਲਬ ਤਰਸ ਆਉਣਾ, ਉਸ ਉੱਪਰ ਤਰਸ ਆਇਆ ਅਤੇ ਉਹ ਉਸਨੂੰ ਟੁਕ ਹਿਮ ਟੂ ਦਾ ਆਇਲ ਸ਼ੌਪ ਅਤੇ ਉਸਨੂੰ ਤੇਲ ਵਾਲੀ ਦੁਕਾਨ 'ਤੇ ਲੈ ਗਿਆ। ਉਸਨੇ ਕਿਹਾ ਦੇਰ ਇਜ਼ ਦ ਸ਼ੌਪ ਫਰੋਮ ਵੇਅਰ ਯੂ ਕੈਨ ਗੈਟ ਆਇਲ, ਇਹ ਦੁਕਾਨ ਹੈ ਜਿੱਥੋਂ ਤੁਸੀਂ ਤੇਲ ਲੈ ਸਕਦੇ ਹੋ। ਯੂ ਸ਼ੁੱਡ ਹੈਵ ਕੈਰੀਡ ਅ ਪੋਟ ਔਰ ਵੈਸਲ ਟੂ ਟੇਕ ਬੈਕ ਆਇਲ। ਉਸਨੇ ਕਿਹਾ ਕਿ ਤੁਹਾਡੇ ਤੋਂ ਕੋਈ ਪੋਟ ਯਾਨੀ ਕਿ ਭਾਂਡਾ ਜਾਂ ਬਰਤਨ ਕੋਈ ਸਮਾਨ ਹੈ ਜਿਸ ਦੇ ਵਿੱਚ ਤੁਸੀਂ ਆਇਲ ਨੂੰ ਕੈਰੀ ਕਰ ਸਕਦੇ ਹੋ। ਬਟ ਰਾਮਾ ਡਿਡ ਨਾਟ ਅੰਡਰਸਟੈਂਡ ਵਾਈ ਅ ਪੋਟ ਔਰ ਵੈਸਲ ਵਾਜ਼ ਰਿਕੁਆਇਰਡ, ਕਿ ਉਸਨੂੰ ਕਿਉਂ ਜ਼ਰੂਰਤ ਹੈ ਕੋਈ ਬਰਤਨ ਜਾਂ ਭਾਂਡੇ ਦੀ। ਠੀਕ ਹੈ। ਹੀ ਵੈਂਟ ਟੂ ਦ ਸ਼ੌਪਕੀਪਰ ਐਂਡ ਆਸਕ ਫॉर ਸਮ ਆਇਲ, ਤਾਂ ਉਹ ਸ਼ੌਪਕੀਪਰ ਦੇ ਕੋਲ ਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਕੁਝ ਥੋੜਾ ਤੇਲ ਦਿਓ। ਗਿਵ ਮੀ ਯੋਰ ਵੈਸਲ ਸੋ ਗੈਟ ਆਈ ਕੈਨ ਫਿਲ ਇਟ ਵਿਦ ਆਇਲ, ਅਤੇ ਉਸਨੇ ਕਿਹਾ ਕਿ ਮੈਨੂੰ ਕੋਈ ਆਪਣਾ ਬਰਤਨ ਦਿਓ ਜਿਸ ਵਿੱਚ ਮੈਂ ਤੁਹਾਨੂੰ ਤੇਲ ਪਾ ਦੇਵਾਂਗਾ। ਆਈ ਫੋਰਗੈਟ ਟੂ ਬ੍ਰਿੰਗ ਐਨੀ, ਮੈਂ ਕੁਛ ਨਾਲ ਲਿਆਉਣਾ ਭੁੱਲ ਗਿਆ ਹਾਂ। ਆਈ ਕੈਨ ਕੈਰੀ ਇਟ ਇਨ ਦ ਪੋਕਿਟ ਆਫ ਮਾਈ ਸ਼ਰਟ, ਉਸਨੇ ਕਿਹਾ ਕਿ ਮੈਂ ਇਸ ਨੂੰ ਆਪਣੀ ਜਿਹੜੀ ਸ਼ਰਟ ਦੀ ਪੋਕਿਟ ਹੈ ਉਸ ਵਿੱਚ ਕੈਰੀ ਕਰ ਲਵਾਂਗਾ। ਪੋਰ ਇਟ ਹੇਅਰ, ਤੁਸੀਂ ਇਸ ਵਿੱਚ ਹੀ ਪਾ ਦਿਓ। ਦ ਸ਼ੌਪ ਓਨਰ ਲਾਫਡ ਐਂਡ ਡਿਡ ਐਜ਼ ਹੀ ਵਾਜ਼ ਟੋਲਡ, ਉਸਨੇ ਕਿਹਾ ਜਿਹੜਾ ਦੁਕਾਨ ਦਾ ਮਾਲਿਕ ਸੀਗਾ ਉਹ ਹੱਸ ਪਿਆ। ਉਸਨੇ ਕਿਹਾ ਕਿ ਜਿੱਦਾਂ ਤੁਸੀਂ ਕਹੋਗੇ ਮੈਂ ਉੱਦਾਂ ਹੀ ਕਰ ਦਿੰਦਾ ਹਾਂ। ਓਕੇ ਆਈ ਵਿਲ ਪੋਰ ਇਟ ਇਨ ਯੋਰ ਪੋਕਿਟ ਰਾਮਾ, ਕਿ ਮੈਂ ਇਸ ਨੂੰ ਤੁਹਾਡੀ ਜਿਹੜੀ ਸ਼ਰਟ ਦੀ ਪੋਕਿਟ ਆ ਉਸ ਵਿੱਚ ਪਾ ਦਿੰਦਾ ਹਾਂ। ਔਨ ਦ ਵੇ ਟੂ ਦ ਪੈਲੇਸ, ਜਦੋਂ ਰਸਤੇ ਵਿੱਚ ਪੈਲੇਸ ਦੇ ਰਸਤੇ ਵਿੱਚ ਆ ਰਿਹਾ ਸੀ, ਰਾਮਾ ਫੈਲਟ ਪ੍ਰਾਊਡ ਅਬਾਊਟ ਰਨਿੰਗ ਐਰੈਂਡਸ ਫॉर ਦ ਕੁਈਨ, ਅਤੇ ਉਸਨੂੰ ਰਾਮਾ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਸਨੇ ਰਾਣੀ ਦਾ ਕੰਮ ਕੀਤਾ ਵਾ। ਠੀਕ ਹੈ। ਯੋਰ ਮੈਜੈਸਟਰੀ ਆਈ ਹੈਵ ਬਾਊਟ ਦ ਆਇਲ, ਉਸਨੇ ਕਿਹਾ ਤੁਹਾਡੀ ਮਹਿਮਾ ਖਾਤਰ ਮੈਂ ਅੱਜ ਤੇਲ ਲਿਆ ਸਕਿਆ ਹਾਂ। ਦ ਕੁਈਨ ਲੁੱਕ ਡਾਊਨ ਐਟ ਹਿਮ, ਉਸਨੇ ਉਸਨੂੰ ਨੀਚੋਂ ਲੈ ਕੇ ਪੂਰੀ ਚੰਗੀ ਤਰ੍ਹਾਂ ਦੇਖਿਆ। ਕੈਨ ਕੁਡ ਸੀ ਐਨੀ ਵੋਸਲ, ਉਸਨੇ ਵੇਖਿਆ ਕਿ ਉਸਦੇ ਕੋਲ ਕੋਈ ਵੀ ਬਰਤਨ ਨਹੀਂ ਸੀ। What the queen saw instant was Rama's clothes drenched in oil, ਅਤੇ ਉਸਨੇ ਦੇਖਿਆ ਕਿ ਉਸਦੇ ਜਿਹੜੇ ਕੱਪੜੇ ਸੀਗੇ ਪੂਰੀ ਤਰ੍ਹਾਂ ਤੇਲ ਨਾਲ ਭਿੱਜੇ ਹੋਏ ਸਨ। The queen was shocked, ਰਾਣੀ ਹੈਰਾਨ ਸੀ। But she was a kind person, ਪਰ ਉਹ ਇੱਕ ਦਿਆਲੂ ਇਨਸਾਨ ਸੀ। So she did not dismiss him, ਇਸ ਲਈ ਉਸਨੇ ਉਸਨੂੰ ਬਰਖਾਸਤ ਨਹੀਂ ਕੀਤਾ। Next time onwards take 4 servants with you to help you, ਉਸਨੇ ਕਿਹਾ ਕਿ ਅਗਲੀ ਵਾਰ ਤੁਸੀਂ ਆਪਣੀ ਸਹਾਇਤਾ ਲਈ ਹੋਰ 4 ਨੌਕਰਾਂ ਨੂੰ ਯਾਨੀ ਕਿ ਸਰਵੈਂਟਸ ਨੂੰ ਆਪਣੇ ਨਾਲ ਲੈ ਜਾਇਓ। ਰਾਮਾ ਨੋਡਡ ਹਿਜ਼ ਹੈਡ ਇਨ ਐਗਰੀਮੈਂਟ, ਉਸਨੇ ਰਾਮਾ ਨੇ ਸਹਿਮਤੀ ਨਾਲ ਆਪਣਾ ਜਿਹੜਾ ਸਿਰ ਆ ਹਿਲਾਇਆ। ਇਹ ਸੀ ਤੁਹਾਡੀ ਸਟੋਰੀ ਦਾ ਫਸਟ ਪਾਰਟ। ਇਸ ਨੂੰ ਤੁਸੀਂ ਚੰਗੀ ਤਰ੍ਹਾਂ ਰੀਡ ਕਰਨਾ, ਜਿਹੜੇ ਡਿਫਿਕਲਟ ਵਰਡਸ ਆ ਉਹਨਾਂ ਨੂੰ ਰੀਡ ਆਊਟ ਕਰਨਾ। ਸੋ ਥੈਂਕ ਯੂ।